ਬਿਲਕੁਲ ਇਹ ਗੱਲ ਸੱਚ ਹੈ ਕਿ ਕਈ ਵਾਰੀ ਔਖੇ ਡਿਸੀਜਨ ਵੀ ਲੈਣੇ ਪੈਣਗੇ ਤੇ ਦੋਨੋਂ ਪੱਖਾਂ ਨੂੰ ਦੇਖਣਾ ਪਏਗਾ ਕਿ ਐਕਚੁਅਲ 'ਚ ਇਨਸਾਫ ਹੋ ਸਕੇ। ਬਸ ਇਹੀ ਕੋਸ਼ਿਸ਼ ਰਹੇਗੀ ਮੇਰੀ। ਮੈਨੂੰ ਬਹੁਤ ਹੀ ਖੁਸ਼ੀ ਹੋਈ ਤੇ ਨਾਲ ਮਾਣ ਵੀ ਮਹਿਸੂਸ ਹੋਇਆ ਕਿ ਮੇਰੀ ਬੇਟੀ, ਅਸੀਂ ਇਹਨੂੰ ਬਹੂ ਮੰਨਦੇ ਹੀ ਨਹੀਂ ਆ ਕਿਉਂਕਿ ਮੇਰੀ ਖੁਦ ਦੀ ਬੇਟੀ ਨਹੀਂ ਹੈ ਤੇ ਮੇਰੇ ਲਈ ਇਹੀ ਸਭ ਕੁਝ ਹੈ। ਫਾਦਰ ਲਾਅ ਕਰਨਾ ਚਾਹੁੰਦੇ ਸੀ ਬਟ ਨਹੀਂ ਕਰ ਪਾਏ ਸੀ ਫੈਮਿਲੀ ਸਰਕਮਸਟੈਂਸਿਸ ਕਰਕੇ। ਤੇ ਫਿਰ ਇੱਕ ਥੋੜਾ ਜਿਹਾ ਉਹ ਸੀ, ਕੁਝ ਸੋਸ਼ਲ ਸਟੱਡੀਜ਼ 'ਚ ਮੇਰਾ ਇੰਟਰਸਟ ਵੀ ਸੀ ਐਂਡ ਮੇਰੇ ਹਸਬੈਂਡ ਉਹਨਾਂ ਨੇ ਬਹੁਤ ਇਨਸਪਾਇਰ ਕੀਤਾ ਮੈਨੂੰ। She has proved that hard work is the key to success. She has really proved. और मैं ये भी कहांगी कि सिर्फ यही नहीं, इन्हें ये भी प्रूव कर दिता कि लड़कियां किसी भी फील्ड विच घट नहीं है। ਜਦੋਂ ਤੁਸੀਂ ਸਿੰਸੀਅਰ ਹੁੰਦੇ ਹੋ ਆਪਣੇ ਕਿਸੇ ਵੀ ਕੰਮ ਨੂੰ ਲੈ ਕੇ, ਕਿਸੇ ਵੀ ਫੀਲਡ ਦੇ ਵਿੱਚੋਂ, ਸਿਰਫ ਲਾਅ ਦੇ ਵਿੱਚ ਜਾਂ ਜੁਡੀਸ਼ਰੀ 'ਚ ਹੀ ਨਹੀਂ, ਜੋ ਵੀ ਤੁਸੀਂ ਕਰ ਰਹੇ ਹੋ ਉਹਨੂੰ ਅਗਰ ਤੁਸੀਂ ਸਿੰਸੀਅਰਿਟੀ ਤੇ ਓਨੈਸਟੀ ਨਾਲ ਕਰੋਗੇ, ਤੁਸੀਂ ਆਪਣੇ ਆਪ ਨਾਲ ਝੂਠ ਨਹੀਂ ਬੋਲ ਸਕਦੇ। ਤੁਸੀਂ ਕਿਸੇ ਨੂੰ ਵੀ ਬੋਲ ਸਕਦੇ ਹੋ, ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਕਿੰਨਾ ਇਨਪੁਟ ਦੇ ਰਹੇ ਹੋ। ਤੇ ਜਦੋਂ ਤੁਸੀਂ ਉਹ ਸਿੰਸੀਅਰਿਟੀ ਨਾਲ ਓਨੈਸਟੀ ਨਾਲ ਕਰੋਗੇ ਤੇ सक्सेस अपने आप मिल जाती है। परिंदों को मंजिल मिलेगी यकीनन, ये फैले हुए उनके पंख बोलते हैं। वो लोग अक्सर शांत रहते हैं जमाने में जिनके हुनर बोलते हैं। सत श्री अकाल, तुसीं देख रहे हो पंजाबी बुलेटिन ते मैं भावना शर्मा। ਅੱਜ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਜਲੰਧਰ ਦਾ ਨਾਮ ਵੀ ਰੋਸ਼ਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜੱਜ ਦੇ ਇਮਤਿਹਾਨ ਦੇ ਵਿੱਚ 30ਵਾਂ ਰੈਂਕ ਪ੍ਰਾਪਤ ਕਰਕੇ ਸਾਡੇ ਨਾਲ ਇਸ ਵੇਲੇ ਚਾਹਤ ਜੀ ਮੌਜੂਦ ਹੈ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਹੋ ਜਿਹਾ ਸਫ਼ਰ ਰਿਹਾ ਉਹਨਾਂ ਦਾ ਇੱਥੇ ਤੱਕ ਦਾ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ, ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਇੰਨਾ ਨਿੱਘਾ ਸਵਾਗਤ ਦੇਣ ਲਈ ਮੈਨੂੰ। ਐਂਡ ਮੈਂ ਕਹੂੰਗੀ ਸਫ਼ਰ ਬਹੁਤ ਮੁਸ਼ਕਿਲ ਵੀ ਨਹੀਂ ਸੀ ਔਰ ਬਹੁਤ ਆਸਾਨ ਵੀ ਨਹੀਂ ਸੀ। ਮੁਸ਼ਕਿਲ ਇਸ ਲਈ ਨਹੀਂ ਸੀ ਕਿਉਂਕਿ ਮੇਰੇ ਕੋਲ ਹਮੇਸ਼ਾ ਮੇਰੇ ਘਰਦਿਆਂ ਦਾ ਬਹੁਤ ਸਪੋਰਟ ਰਿਹਾ। ਮੇਰੇ ਫੈਮਿਲੀ, ਮੇਰੇ ਫਰੈਂਡਸ, ਮੇਰੇ ਦੋਨੋਂ ਫੈਮਿਲੀਜ਼ ਦਾ ਮੇਰੇ ਨਾਲ ਬਹੁਤ ਸਪੋਰਟ ਸੀ। ਇਸ ਲਈ ਲੰਬਾ ਸਫ਼ਰ ਵੀ ਆਸਾਨ ਲੱਗਣ ਲੱਗ ਜਾਂਦਾ, ਜ਼ਿਆਦਾ ਮੁਸ਼ਕਿਲ ਨਹੀਂ ਲੱਗਦਾ। ਕਹਿੰਦੇ ਨੇ ਜੇ ਹੌਸਲੇ ਦੇ ਨਾਲ-ਨਾਲ ਹਿੰਮਤ ਦੇ ਨਾਲ-ਨਾਲ ਹੁਨਰ ਹੋਵੇ ਤਾਂ ਕੋਈ ਵੀ ਚੀਜ਼ ਵੱਡੀ ਨਹੀਂ ਲੱਗਦੀ। ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਦੋਂ ਪਤਾ ਲੱਗਾ ਕਿ ਹਾਂ ਕਲੀਅਰ ਹੋ ਗਿਆ, 30ਵਾਂ ਰੈਂਕ ਆਇਆ, ਉਹ ਵੀ ਜਨਰਲ ਕੈਟਾਗਰੀ ਦੇ ਵਿੱਚ, ਕਿਹੋ ਜਿਹਾ ਮਹਿਸੂਸ ਹੋਇਆ? बहुत खुशी महसूस हुई ਜਦੋਂ मैं रिजल्ट देखा। मैं इन्नी जोर दी शाउट किया कि मेरे मदर बहुत घबरा गए कि की हो गया। मैं उसी टाइम आके उन्होंने दस्या तो बहुत खुशी हुई सब नूं। मतलब हाले तक वो खुशी प्रोसैस कर रहे हैं कि हाँ जी, मतलब इन्ने टाइम तो वेट कर रहे सीगे ते आज वो मिल गया तो फिर बहुत खुशी है इस टाइम। तो ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਕੌਣ-ਕੌਣ ਹੈ ਫੈਮਿਲੀ ਦੇ ਵਿੱਚ? मेरे हस्बैंड, मेरे मदर इन लॉ, मेरे फादर इन लॉ एंड उधर मेरे मदर, मेरे फादर, मेरे ब्रदर्स ने, मेरी सिस्टर्स ने। काफी सारे रिश्तिਆਂ ਨਾਲ ਮੈਂ ਘਿਰੀ ਹੋਈ ਹਾਂ। ਸਭ ਦਾ ਬਹੁਤ ਪਿਆਰ ਹੈ ਮੇਰੇ ਕੋਲ। ਤੇ ਜੇ ਗੱਲ ਕਰੀਏ ਐਗਜ਼ਾਮਸ ਦੀ, ਕਿੰਨੀ ਕੁ ਮੁਸ਼ਕਿਲ ਸੀ ਉਹ ਘੜੀ ਜਦੋਂ ਐਗਜ਼ਾਮ ਸੀਗੇ, ਕਿਉਂਕਿ ਤੁਹਾਡੀ ਮੈਰਿਜ ਵੀ ਸ਼ਾਇਦ ਰੀਸੈਂਟ ਹੀ ਹੋਈ ਹੈ? ਹਾਂਜੀ, ਮੇਰੀ ਮੈਰਿਜ ਲਾਸਟ ਮੰਥ ਹੀ ਹੋਈ ਹੈ। ਲਾਸਟ ਈਅਰ ਹੀ ਨਵੰਬਰ 'ਚ ਪ੍ਰੀ ਹੋ ਗਿਆ ਸੀ। ਮੀਨਸ ਮਈ ਦੇ ਵਿੱਚ ਡਿਊ ਟੂ ਕੋਵਿਡ ਵੀ ਕਾਫੀ ਡਿਲੇ ਹੁੰਦਾ ਰਿਹਾ ਐਂਡ ਆਫਟਰਵਰਡਸ ਕੀ ਜਿਹੜਾ ਰਿਜ਼ਲਟ ਆਇਆ ਉਹ ਜੁਲਾਈ ਅਗਸਤ 'ਚ ਆਇਆ। ਬਟ ਉਦੋਂ ਤੱਕ ਮੇਰੇ ਵਿਆਹ ਦੀ ਡੇਟ ਫਿਕਸ ਹੋ ਚੁੱਕੀ ਸੀ 4 ਸੈਪਟੈਂਬਰ। ਤੇ ਫਿਰ ਜਿਹੜਾ ਇੰਟਰਵਿਊ ਸੀ ਉਹ 14 ਸੈਪਟੈਂਬਰ ਨੂੰ ਆਇਆ, ਜਦਕਿ ਅਸੀਂ ਬਹੁਤ ਜ਼ਿਆਦਾ ਘਬਰਾਏ ਹੋਏ ਸੀਗੇ ਕਿ ਇੰਟਰਵਿਊ ਮੈਰਿਜ ਤੋਂ ਬਾਅਦ। ਹਾਂਜੀ, ਮਤਲਬ ਡੇਟ ਵੀ ਜਦੋਂ ਆਣੀ ਸੀ ਤੇ ਸਭ ਕੁਝ ਪ੍ਰੀਪੇਅਰਡ ਸੀ, ਮੈਰਿਜ ਦੀ ਸਾਰੀ ਪ੍ਰੈਪਰੇਸ਼ਨਸ ਹੋ ਚੁੱਕੀਆਂ ਸੀ ਤੇ ਡੇਟ ਕਲੈਸ਼ ਨਾ ਕਰੇ ਇਹ ਵੀ ਇੱਕ ਡਰ ਸੀ ਤੇ ਤਿਆਰੀ ਦਾ ਵੀ ਸੀ। ਬਟ ਮਤਲਬ ਥੋੜਾ ਜਿਹਾ ਵਿੱਚ ਟਾਈਮ ਮਿਲ ਗਿਆ ਮੈਨੂੰ, ਹਫਤਾ ਇੱਕ ਮਿਲ ਗਿਆ ਸੀ। ਫਿਰ ਉਹਦੇ ਚ ਬਹੁਤ ਮਤਲਬ ਥੋੜਾ ਮੁਸ਼ਕਿਲ ਸੀ ਬਟ ਹੋ ਗਿਆ। ਕਿੰਨਾ ਕੁ ਸਹਿਯੋਗ ਰਿਹਾ ਜਿਨ੍ਹਾਂ ਨੇ ਤੁਹਾਨੂੰ ਕਾਫੀ ਜ਼ਿਆਦਾ ਇਨਸਪੀਰੇਸ਼ਨ ਦਿੱਤੀ ਕਿ ਅੱਗੇ ਵਧਣ ਦੀ, ਤੇ ਨਾਲ-ਨਾਲ ਕਿੱਥੋਂ ਦੀ ਤੁਹਾਡੇ ਦਿਮਾਗ ਦੇ ਵਿੱਚ ਇਹ ਸੋਚ ਆਈ ਸੀ ਕਿ ਐਗਜ਼ਾਮ ਕਲੀਅਰ ਕਰਨਾ? ਇੰਸਪੀਰੇਸ਼ਨ ਮੇਰੀ, ਮੈਂ ਤੇ ਹੀ ਕਹੂੰਗੀ ਮੇਰੇ ਘਰ ਤੋਂ ਹੀ ਆਈ। ਮੇਰੇ ਫਾਦਰ ਲਾਅ ਕਰਨਾ ਚਾਹੁੰਦੇ ਸੀ ਬਟ ਨਹੀਂ ਕਰ ਪਾਏ ਸੀ ਫੈਮਿਲੀ ਸਰਕਮਸਟੈਂਸਿਸ ਕਰਕੇ। ਤੇ ਫਿਰ ਇੱਕ ਥੋੜਾ ਜਿਹਾ ਉਹ ਸੀ, ਕੁਝ ਸੋਸ਼ਲ ਸਟੱਡੀਜ਼ 'ਚ ਮੇਰਾ ਇੰਟਰਸਟ ਵੀ ਸੀ ਐਂਡ ਮੇਰੇ ਹਸਬੈਂਡ ਉਹਨਾਂ ਨੇ ਬਹੁਤ ਇਨਸਪਾਇਰ ਕੀਤਾ ਮੈਨੂੰ ਕਿ ਉਹ ਮਤਲਬ ਉਹਨਾਂ ਨੂੰ ਮੈਨੂੰ ਖੁਦ ਨੂੰ ਇੰਨਾ ਵਿਸ਼ਵਾਸ ਨਹੀਂ ਸੀ ਮੇਰੇ 'ਚ ਕਿ ਮੈਂ ਕਰ ਸਕਦੀ ਹਾਂ, ਬਟ ਉਹਨਾਂ ਨੂੰ ਬਹੁਤ ਜ਼ਿਆਦਾ ਸੀਗਾ ਕਿ ਮੇਰੇ 'ਚ ਉਹ ਹੈ ਕੈਪੇਬਿਲਿਟੀ ਕਿ ਮੈਂ ਕਰ ਸਕਦੀ ਹਾਂ। ਸੋ ਕਾਫੀ ਪੁਸ਼ ਤੇ ਬਹੁਤ ਸਪੋਰਟ ਮਿਲਿਆ। ਮਤਲਬ ਇਧਰੋਂ ਵੀ ਮੇਰੇ ਮਦਰ ਇਨ ਲਾਅ ਨੇ ਵੀ ਬਹੁਤ ਮੈਨੂੰ ਹਮੇਸ਼ਾ ਪੁਸ਼ ਕੀਤਾ ਕਿ ਤੂੰ ਪੜ੍ਹ, ਹੋਰ ਹੋ ਸਕਦਾ ਹੈ ਅੱਗੇ। ਤਾਂ ਫਿਰ ਫੈਮਿਲੀ ਜਦੋਂ ਮੋਟੀਵੇਟ ਕਰਦੀ ਹੈ ਤਾਂ ਹੋ ਜਾਂਦਾ ਹੈ। ਕਿਉਂਕਿ ਇਹੋ ਜਿਹੇ ਚਾਂਸ ਦੇ ਵਿੱਚ ਜੇਕਰ ਫੈਮਿਲੀ ਸਪੋਰਟ ਹੋਵੇ ਤਾਂ ਮਿਹਨਤ ਨੂੰ ਚਾਰ ਚੰਨ ਲੱਗ ਜਾਂਦੇ ਨੇ। ਸੋ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਕਿਸ ਤਰ੍ਹਾਂ ਐਗਜ਼ਾਮਸ ਜਦੋਂ ਕਲੀਅਰ ਕਰਨੇ ਸੀ, ਕੀ ਚੀਜ਼ਾਂ ਜਿਹੜੀਆਂ ਕਿ ਜਿਹੜੇ ਸਾਡੇ ਦਰਸ਼ਕ ਚਾਹਵਾਨ ਹੋਣ ਜੱਜ ਦੇ ਪੇਪਰ ਕਲੀਅਰ ਕਰਨ ਦੇ ਲਈ, ਉਹਨਾਂ ਨੂੰ ਕਿਹੜੀ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਹੈਲਪ ਕਰਨਗੀਆਂ?
ਮੈਂ ਇਹੀ ਕਹੂੰਗੀ ਸਭ ਤੋਂ ਇੰਪੋਰਟੈਂਟ ਤੇ ਇਹੀ ਹੈ ਕਿ ਜੋ ਵੀ ਤੁਸੀਂ ਪੜ੍ਹ ਰਹੇ ਹੋ ਉਹਨੂੰ ਬਹੁਤ ਸਿੰਸੀਅਰਿਟੀ ਨਾਲ ਪੜ੍ਹੋ। ਜਦੋਂ ਤੁਸੀਂ ਸਿੰਸੀਅਰ ਹੁੰਦੇ ਹੋ ਆਪਣੇ ਕਿਸੇ ਵੀ ਕੰਮ ਨੂੰ ਲੈ ਕੇ, ਕਿਸੇ ਵੀ ਫੀਲਡ ਦੇ ਵਿੱਚੋਂ, ਸਿਰਫ ਲਾਅ ਦੇ ਵਿੱਚ ਜਾਂ ਜੁਡੀਸ਼ਰੀ 'ਚ ਹੀ ਨਹੀਂ, ਜੋ ਵੀ ਤੁਸੀਂ ਕਰ ਰਹੇ ਹੋ ਉਹਨੂੰ ਅਗਰ ਤੁਸੀਂ ਸਿੰਸੀਅਰਿਟੀ ਤੇ ਓਨੈਸਟੀ ਨਾਲ ਕਰੋਗੇ, ਤੁਸੀਂ ਆਪਣੇ ਆਪ ਨਾਲ ਝੂਠ ਨਹੀਂ ਬੋਲ ਸਕਦੇ। ਤੁਸੀਂ ਕਿਸੇ ਨੂੰ ਵੀ ਬੋਲ ਸਕਦੇ ਹੋ, ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਕਿੰਨਾ ਇਨਪੁਟ ਦੇ ਰਹੇ ਹੋ। ਤੇ ਜਦੋਂ ਤੁਸੀਂ ਉਹ ਸਿੰਸੀਅਰਿਟੀ ਨਾਲ ਓਨੈਸਟੀ ਨਾਲ ਕਰੋਗੇ ਤੇ ਸਕਸੈਸ ਆਪਣੇ ਆਪ ਮਿਲ ਜਾਂਦੀ ਹੈ। ਤੇ ਇੱਕ ਪੇਸ਼ੈਂਸ ਰੱਖਣੀ ਜ਼ਰੂਰੀ ਹੈ। ਅਗਰ ਇਸ ਫੀਲਡ 'ਚ ਜਾਣਾ ਹੈ ਤਾਂ ਪੇਸ਼ੈਂਸ ਬਹੁਤ ਜ਼ਰੂਰੀ ਹੈ। ਤੇ ਉਹਦੇ ਨਾਲ ਅਗਰ ਫੈਮਿਲੀ ਸਪੋਰਟ ਮਿਲ ਜਾਏ ਤੁਹਾਨੂੰ ਤਾਂ ਉਹਦੀ ਵੈਲਿਊ ਕਰੋ ਤੇ ਉਸ ਚੀਜ਼ ਨੂੰ ਜ਼ਰੂਰ ਯੂਜ਼ ਕਰੋ ਆਪਣੀ ਸਕਸੈਸ ਲਈ। ਜੇ ਗੱਲ ਕਰੀਏ ਐਗਜ਼ਾਮ ਦੇ ਵਿੱਚ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਡਿਫਿਕਲਟ ਲੱਗੀਆਂ ਉਸ ਦੌਰਾਨ, ਕਿ ਜਦੋਂ ਤੁਸੀਂ ਤਿਆਰੀ ਕਰ ਰਹੇ ਹੋਵੋ ਤੇ ਲੱਗੇ ਯਾਰ ਇਹ ਜ਼ਿਆਦਾ ਮੁਸ਼ਕਿਲ ਹੈ, ਇਹ ਮੈਨੂੰ ਥੋੜੀ ਦਿੱਕਤ ਦੇਗਾ? ਮੁਸ਼ਕਿਲ ਤਾਂ ਮਤਲਬ ਜਦੋਂ ਅੱਛੀ ਗਾਈਡੈਂਸ ਮਿਲੇ, ਮੈਨੂੰ ਬਹੁਤ ਅੱਛੇ ਟੀਚਰਸ ਮਿਲੇ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਜਿੱਥੇ ਵੀ ਕੋਈ ਪ੍ਰੋਬਲਮ ਆਈ ਹਮੇਸ਼ਾ ਸਪੋਰਟ ਕੀਤਾ, ਸਮਝਾਇਆ, ਕੰਸੈਪਚੁਅਲ ਕਲੈਰਿਟੀ ਹੋਈ। ਤੇ ਇਸ ਲਈ ਇੰਨੀ ਉਹ ਪੜ੍ਹਾਈ ਵੱਲੋਂ ਦਿੱਕਤ ਨਹੀਂ, ਬਸ ਇਹ ਕਹਿ ਸਕਦੇ ਹਾਂ ਕਿ ਹਾਂਜੀ ਪ੍ਰੋਸੈਸ ਬਹੁਤ ਲੌਂਗ ਹੈ। ਜਿੱਦਾਂ ਆਪਣੇ ਐਗਜ਼ਾਮਸ ਜਦੋਂ ਆਉਂਦੇ ਆ ਪੂਰੇ ਪ੍ਰੋਸੈਸ ਨੂੰ ਸਾਲ 2 ਸਾਲ ਲੱਗ ਜਾਂਦੇ ਆ ਤੇ ਫਿਰ ਵੈਕੈਂਸੀਜ਼ ਨਿਕਲਣ ਨੂੰ ਵੀ ਟਾਈਮ ਲੱਗਦਾ ਹੈ। ਤੇ ਕਈ ਵਾਰੀ ਆਪਾਂ ਬਹੁਤ ਜ਼ਿਆਦਾ ਮੈਂਟਲੀ ਐਗਜ਼ੌਸਟ ਹੋ ਜਾਂਦੇ ਆ ਕਿ ਹੁਣ ਮਤਲਬ ਕਿਉਂਕਿ ਇੱਕ ਟਾਈਮ ਤੋਂ ਬਾਅਦ ਆਪਾਂ ਚਾਹੁੰਦੇ ਹਾਂ ਕਿ ਅਸੀਂ ਕੰਮ ਕਰੀਏ, ਜੋ ਕਰ ਰਹੇ ਹਾਂ ਸਾਨੂੰ ਐਟਲੀਸਟ ਮੌਕਾ ਮਿਲੇ ਆਪਣੇ ਆਪ ਨੂੰ ਪ੍ਰੂਵ ਕਰਨ ਦਾ। ਤਾਂ ਉਹ ਥੋੜਾ ਟਾਇਰਿੰਗ ਹੈ। ਮੈਂ ਚਾਹੁੰਦੀ ਹਾਂ ਕਿ ਬਸ ਉਹ ਥੋੜਾ ਆਪਾਂ ਨੂੰ ਵੈਕੈਂਸੀਜ਼ ਟਾਈਮ ਟੂ ਟਾਈਮ ਨਿਕਲਦੀਆਂ ਰਹਿਣ ਤੇ ਬੱਚੇ ਆਪਣੀ ਮਿਹਨਤ ਪੂਰੀ ਕਰ ਸਕਣ ਸਫਲ। ਤੇ ਜੇ ਗੱਲ ਕਰੀਏ ਕਿ ਜਿਸ ਚੀਜ਼ ਦੀ ਤੁਸੀਂ ਸਟੱਡੀ ਕੀਤੀ ਆ, ਜਿਹੜਾ ਤੁਸੀਂ ਐਗਜ਼ਾਮ ਕਲੀਅਰ ਕੀਤਾ, ਉਸ ਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜੁਡੀਸ਼ਰੀ ਦੇ ਵਿੱਚ ਜਿਹੜੇ ਵੀ ਆਪਾਂ ਸਬਜੈਕਟਸ ਆਉਂਦੇ ਆ ਮੋਸਟਲੀ ਅਸੀਂ ਆਪਣੀ ਜਿਹੜਾ ਕਰਿਕੂਲਮ ਪੜ੍ਹਦੇ ਆ ਲਾਅ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਚੋਂ, ਇਹ ਚਾਹੇ GNDU PU ਜਾਂ ਨੈਸ਼ਨਲ ਲਾਅ ਯੂਨੀਵਰਸਿਟੀ, ਉਹ ਮੇਜਰ ਸਬਜੈਕਟਸ ਵਿੱਚ ਕਵਰ ਹੋਏ ਹੁੰਦੇ ਆ। ਐਂਡ ਮੈਂ ਇਹੀ ਕਹੂੰਗੀ ਕਿ ਅਗਰ ਬੱਚੇ ਕਰਿਕੂਲਮ ਦੇ ਟਾਈਮ ਵੀ ਆਪਣਾ ਵਧੀਆ ਤਰ੍ਹਾਂ ਉਹਨਾਂ ਨੂੰ ਕਨਸੈਪਟ ਕਲੀਅਰ ਰੱਖਣ, ਆਪਣੇ ਨਾਲ ਹੀ ਮਿਹਨਤ ਕਰਨ ਤਾਂ ਬਹੁਤ ਮੁਸ਼ਕਿਲ ਨਹੀਂ ਹੈ। ਬਸ ਹਾਂ ਇਹ ਹੈ ਕਿ ਟਾਈਮ ਲੱਗਦਾ ਹੈ ਸਮਝਣ ਨੂੰ। ਅਗਰ ਤੁਸੀਂ ਮਿਹਨਤ ਕਰੋ ਤਾਂ ਕੁਝ ਵੀ ਮਤਲਬ ਕੁਝ ਵੀ ਮੁਸ਼ਕਿਲ ਨਹੀਂ ਹੈ, ਹਰ ਚੀਜ਼ ਹਾਸਿਲ ਕੀਤੀ ਜਾ ਸਕਦੀ ਹੈ। ਬਸ ਤੁਸੀਂ ਜਿਹੜੇ ਵੀ ਸਬਜੈਕਟਸ ਕਰ ਰਹੇ ਹੋ ਨਾਲ ਅੱਛੀ ਤਰ੍ਹਾਂ ਕਵਰ ਕਰਦੇ ਰਹੋ। ਕਿੱਦਾਂ ਦੇ ਜੱਜ ਬਣੋਗੇ, ਰਫ ਐਂਡ ਟਫ ਜੱਜ ਜਾਂ ਸੌਫਟ ਹਾਰਟ ਵਾਲੇ ਜੱਜ? ਕਿਉਂਕਿ ਜੱਜ ਦਾ ਇੱਕ ਅਹੁਦਾ ਹੁੰਦਾ, ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ, ਚੰਗਾ ਮਾੜਾ, ਕਿਸੇ ਬੇਕਸੂਰ ਨੂੰ ਸਜ਼ਾ ਨਾ ਮਿਲ ਜਾਵੇ, ਬਹੁਤ ਚੀਜ਼ਾਂ ਤੋਲਣੀਆਂ ਪੈਂਦੀਆਂ। ਕਦੀ ਇਹੋ ਜਿਹਾ ਨਾ ਹੋਵੇ ਕਿ ਅਸੀਂ ਕੋਈ ਏਦਾਂ ਦੀ ਗੱਲ ਕਹਿ ਦਈਏ, ਇਹੋ ਜਿਹਾ ਫੈਸਲਾ ਸੁਣਾ ਦਈਏ ਜਿਹਦੇ ਨਾਲ ਕਿਸੇ ਦੀ ਜ਼ਿੰਦਗੀ ਖਰਾਬ ਹੋਵੇ। ਕਿਹੋ ਜਿਹਾ ਲੱਗਦਾ ਹੈ ਕਿ ਇਹ ਸਾਰੀ ਜ਼ਿੰਮੇਵਾਰੀ ਕਿਸ ਤਰ੍ਹਾਂ ਹੈਂਡਲ ਕਰੋਗੇ? ਜੀ ਮੈਨੂੰ ਬਿਲਕੁਲ ਅੰਦਾਜ਼ਾ ਹੈ ਕਿ ਜਿੰਨਾ ਵੱਡਾ ਅਹੁਦਾ ਹੋਏ ਉਨੀ ਹੀ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਹੈ। ਤੇ ਇਸ ਜ਼ਿੰਮੇਵਾਰੀ ਨੂੰ ਆਪਣੀ ਨਿਭਾਉਣ ਵਾਸਤੇ ਆਪਣੇ ਅਸੂਲਾਂ ਤੇ ਖੜੇ ਰਵਾਂ, ਬਸ ਇੰਨਾ ਮੇਰਾ ਇਸ ਸਮੇਂ ਤਾਂ ਇਹੀ ਹੈ ਮੇਰੇ ਮਨ ਦੇ ਵਿੱਚ ਕਿ ਜਿਹੜੇ ਵੀ ਮੇਰੇ ਅਸੂਲ ਨੇ, ਜੋ ਮੈਨੂੰ ਮੇਰੇ ਮਾਤਾ ਪਿਤਾ ਨੇ ਜੋ ਵੀ ਸੰਸਕਾਰ ਸਿੱਖਿਆ ਦਿੱਤੀ ਹੈ ਕਿ ਮੈਂ ਇਮਾਨਦਾਰੀ ਨਾਲ ਆਪਣਾ ਕੰਮ ਕਰਾਂ, ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਉਸ ਦੇ ਉੱਤੇ ਖੜੀ ਰਵਾਂ। ਐਂਡ ਬਿਲਕੁਲ ਇਹ ਗੱਲ ਸੱਚ ਹੈ ਕਿ ਕਈ ਵਾਰੀ ਮਤਲਬ ਔਖੇ ਡਿਸੀਜਨ ਵੀ ਲੈਣੇ ਪੈਣਗੇ ਤੇ ਦੋਨੋਂ ਪੱਖਾਂ ਨੂੰ ਦੇਖਣਾ ਪਏਗਾ ਕਿ ਐਕਚੁਅਲ 'ਚ ਇਨਸਾਫ ਹੋ ਸਕੇ। ਬਸ ਇਹੀ ਕੋਸ਼ਿਸ਼ ਰਹੇਗੀ ਮੇਰੀ। ਤੁਸੀਂ ਖੁਦ ਕਿਹਾ ਕਿ ਪਿਤਾ ਦਾ ਸੁਪਨਾ ਸੀਗਾ ਲਾਅ ਕਰਨਾ, ਨਹੀਂ ਹੋ ਪਾਇਆ ਫਾਈਨੈਂਸ਼ੀਅਲ ਕੰਡੀਸ਼ਨਸ ਦੇ ਕਰਕੇ। ਇੱਕ ਤਰ੍ਹਾਂ ਨਾਲ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ, ਕਿਹੋ ਜਿਹਾ ਲੱਗ ਰਿਹਾ? ਫਾਈਨੈਂਸ਼ੀਅਲ ਕੰਡੀਸ਼ਨਸ ਨਹੀਂ, ਕੁਝ ਉਹਦੇ ਫੈਮਿਲੀ ਸਰਕਮਸਟੈਂਸਿਸ ਸੀਗੇ ਕਿ ਉਹਨਾਂ ਨੂੰ ਛੱਡਣੀ ਪਈ ਵਿੱਚ ਸਟੱਡੀ ਆਪਣੀ। ਬਟ ਉਹਨਾਂ ਨੇ ਕਦੇ ਮੈਨੂੰ ਪ੍ਰੈਸ਼ਰ ਨਹੀਂ ਕੀਤਾ, ਨਾ ਹੀ ਉਹਨਾਂ ਨੇ ਮੈਨੂੰ ਖੁਦ ਕਦੇ ਆਪਣੇ ਮੂੰਹੋਂ ਕਿਹਾ ਕਿ ਮੈਂ ਇਹ ਪੜਾਂ। ਉਹਨਾਂ ਨੇ ਹਮੇਸ਼ਾ ਹੀ ਕਿਹਾ ਕਿ ਜੋ ਤੁਹਾਡਾ ਮਨ ਹੈ ਉਹ ਕਰੋ ਤੁਸੀਂ। ਉਹ ਮੈਨੂੰ ਖੁਦ ਵੀ ਸੋਸ਼ਲ ਸਟੱਡੀ 'ਚ ਇੰਟਰਸਟ ਵੀ ਜ਼ਿਆਦਾ ਸੀ ਐਂਡ ਇਸ ਕਰਕੇ। ਔਰ ਹਾਂਜੀ ਬਿਲਕੁਲ ਇਸ ਤੋਂ ਵੱਡੀ ਖੁਸ਼ੀ ਕਿਸੇ ਵੀ ਬੱਚੇ ਲਈ ਨਹੀਂ ਹੁੰਦੀ ਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਕਰਕੇ ਨਾ ਪ੍ਰਾਊਡ ਤੇ ਖੁਸ਼ ਹੋਣ। ਤੇ ਮੈਨੂੰ ਇਦਾਂ ਲੱਗਦਾ ਕਿ ਐਕਚੁਅਲ 'ਚ ਤਾਂ ਮੇਰਾ ਇਹੀ ਸੁਪਨਾ ਸੀ ਜਿਹੜਾ ਕਿ ਉਹਨਾਂ ਨੂੰ ਪ੍ਰਾਊਡ ਫੀਲ ਕਰਾਣਾ, ਉਹ ਪੂਰਾ ਹੋ ਗਿਆ। ਹਾਂਜੀ ਬਸ। ਤੇ ਜੇਕਰ ਗੱਲ ਕਰੀਏ ਤੁਹਾਡੀ ਸਿੱਖਿਆ ਦੀ, ਕਿੱਥੋਂ ਦੀ ਤੁਸੀਂ ਸਿੱਖਿਆ ਹਾਸਿਲ ਕੀਤੀ ਹੈ? ਮੇਰੀ ਸਕੂਲਿੰਗ ਤਾਂ ਸੁਲਤਾਨਪੁਰ ਲੋਧੀ ਤੋਂ ਹੋਈ ਹੈ। ਮੈਂ 10th ਤੱਕ ਉੱਥੇ SD ਮਾਡਲ ਸਕੂਲ 'ਚ ਪੜ੍ਹੀ ਹਾਂ। +1 +2 ਕਪੂਰਥਲਾ ਡਿਸਟ੍ਰਿਕਟ MGN ਕਪੂਰਥਲਾ ਪੜ੍ਹੀ ਹਾਂ। ਐਂਡ ਦੈਨ ਗ੍ਰੈਜੂਏਸ਼ਨ 2012 'ਚ GNDU ਲੱਦੇਵਾਲੀ ਰੀਜਨਲ ਕੈਂਪਸ ਹੈ, ਉੱਥੇ ਹੀ ਮੈਂ ਡਿਗਰੀ ਕੀਤੀ ਆਪਣੀ 5 ਸਾਲ ਦੀ। ਉੱਥੇ ਹੀ ਮੈਂ ਮਾਸਟਰਸ ਕੀਤੀ ਤੇ ਉਸ ਤੋਂ ਬਾਅਦ ਮੈਂ ਹੁਣ PhD ਵੀ ਕਰ ਰਹੀ ਹਾਂ, ਉੱਥੋਂ ਹੀ ਕਰ ਰਹੀ ਹਾਂ। ਹਾਂਜੀ। ਤੇ ਹਸਬੈਂਡ ਦੀ ਗੱਲ ਕਰੀਏ, ਕੀ ਕਰਦੇ ਨੇ ਹਸਬੈਂਡ ਔਰ ਇਨ-ਲॉज? ਹਸਬੈਂਡ ਮੇਰੇ ਐਡਵੋਕੇਟ ਹੀ ਨਾ ਉਹ ਵੀ, ਐਂਡ ਉਹ ਵੈਸੇ ਆਪਣੇ ਮੇਰੇ ਫਾਦਰ ਇਨ ਲਾਅ ਨਾਲ ਬਿਜ਼ਨਸ ਕਰ ਰਿਹਾ। ਹਾਂਜੀ ਇੱਥੇ ਜਲੰਧਰ ਦੇ ਵਿੱਚ ਉਹਨਾਂ ਦਾ ਟ੍ਰੇਡਿੰਗ ਦਾ ਬਿਜ਼ਨਸ ਹੈ, ਰਾਈਡ ਔਨ ਟॉयਜ਼ ਦਾ। ਤੁਸੀਂ ਬਹੁਤ ਵਾਰ ਜ਼ਿਕਰ ਕੀਤਾ ਆਪਣੀ ਮਦਰ ਇਨ ਲਾਅ ਦਾ, ਕਿੰਨਾ ਕੁ ਸਪੋਰਟ ਰਿਹਾ ਉਹਨਾਂ ਦਾ ਤੁਹਾਡੀ ਪੂਰੇ ਤੁਹਾਡੇ
ਕੈਰੀਅਰ ਦੇ ਵਿੱਚ? ਬਹੁਤ ਸਪੋਰਟ ਰਿਹਾ। ਉਹ ਵੀ ਖੁਦ ਵੀ ਇੱਕ ਬਹੁਤ ਅੱਛੇ ਵੈਲ ਐਜੂਕੇਟਿਡ ਪ੍ਰਿੰਸੀਪਲ ਨੇ। ਉਹ ਕਾਲਾ ਸੰਘਿਆ ਕਾਲਜ ਹੈ, ਗਰਲਸ ਕਾਲਜ ਹੈ, ਉੱਥੇ ਉਹ ਪ੍ਰਿੰਸੀਪਲ ਨੇ। ਐਂਡ ਉਹਨਾਂ ਨੂੰ ਪਤਾ ਸੀਗਾ ਕਿ ਇੱਕ ਵਿਮਨ ਦਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਐਂਡ ਆਪਣੇ ਆਪ ਨੂੰ ਇੱਕ ਮੁਕਾਮ ਤੇ ਖੜਾ ਕਰਨਾ ਕਿੰਨਾ ਇੰਪੋਰਟੈਂਟ ਹੈ। ਉਹਨਾਂ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪਣੀ ਸਾਰੀ ਜ਼ਿੰਦਗੀ ਬਿਤਾਈ, ਆਪਣੀ ਫੈਮਿਲੀ ਵੀ, ਆਪਣਾ ਕੰਮ ਵੀ, ਬਿਨਾਂ ਕਿਸੇ ਕੰਪਲੇਨ ਤੋਂ। ਤੇ ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਇੰਸਪੀਰੇਸ਼ਨ ਸੀ ਮੇਰੇ ਲਈ। ਤੇ ਉਹ ਉਹਦਾ ਵੀ ਇਮੋਸ਼ਨਲੀ ਮੈਂਟਲੀ ਵੀ ਉਹਨਾਂ ਦਾ ਹਮੇਸ਼ਾ ਸਪੋਰਟ ਰਿਹਾ। ਤੇ ਇਸ ਕਰਕੇ ਇਹ ਸਫ਼ਰ ਥੋੜਾ ਈਜ਼ੀ ਵੀ ਰਿਹਾ। ਤੇ ਕਿਸ ਤਰ੍ਹਾਂ ਮੈਨੇਜ ਕਰੋਗੇ ਕੰਮ ਦੇ ਨਾਲ ਨਾਲ ਫੈਮਿਲੀ, ਹਰ ਇੱਕ ਚੀਜ਼ ਨੂੰ ਦੇਖਣਾ? ਲੱਗਦਾ ਕਰ ਪਾਉਂਗੇ? ਕੋਸ਼ਿਸ਼ ਤਾਂ ਇਹੀ ਹੈ। ਮੈਂ ਉਹੀ ਤੁਹਾਨੂੰ ਦੱਸਿਆ ਕਿ ਮੇਰੇ ਘਰ ਹੀ ਮੇਰੇ ਕੋਲ ਇੰਸਪੀਰੇਸ਼ਨ ਹੈ, ਤੇ ਇਸ ਲਈ ਮੈਂ ਬਹੁਤ ਟਰਾਈ ਕਰੂੰਗੀ ਕਿ ਮੈਂ। ਇਹ ਗੱਲ ਹੈ ਕਿ ਜੇਕਰ ਘਰ ਏਡੀ ਵੱਡੀ ਇੰਸਪੀਰੇਸ਼ਨ ਹੋਵੇ, ਫਿਰ ਆਟੋਮੈਟਿਕਲੀ ਇੱਕ ਹੌਸਲਾ ਵੱਧ ਜਾਂਦਾ ਹੈ ਕਿ ਅਸੀਂ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਹੀ ਦੋਵੇਂ ਚੀਜ਼ਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਕੇ ਚੱਲਾਂਗੇ। ਹੋਰ ਤੁਸੀਂ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਜਾਂ ਫਿਰ ਉਹਨਾਂ ਵਿਦਿਆਰਥੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕਿ ਤੁਹਾਡੇ ਵਾਂਗੂ ਇੱਕ ਸਫਲ ਜੱਜ ਬਣਨਾ ਚਾਹੁੰਦੇ ਨੇ? ਮੈਂ ਇਹੀ ਕਹੂੰਗੀ ਕਿ ਬਸ पेशेंस रखो, हार्ड वर्क करो ਤੇ ਪੋਜ਼ਿਟਿਵ ਰਹੋ। ਪੋਜ਼ਿਟਿਵ ਐਟੀਟਿਊਡ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਜਲਦੀ ਹਤਾਸ਼ ਨਹੀਂ ਹੋਣ ਦੀ ਜ਼ਰੂਰਤ। ਜ਼ਿੰਦਗੀ 'ਚ ਉੱਪਰ ਨੀਚੇ ਹੁੰਦਾ ਰਹਿੰਦਾ, ਅਪ ਡਾਊਨ ਹੁੰਦੇ ਆਂਦੇ ਰਹਿਣਗੇ, ਬਟ ਮੋਟੀਵੇਟਿਡ ਰਹੋ ਕਿ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਹਾਸਿਲ ਹੋਏਗੀ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਚਾਹਤ ਜੀ ਦੇ ਮਦਰ ਇਨ ਲੋ ਬਲਜਿੰਦਰ ਕੌਰ ਜੀ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਜਾਣਾਂਗੇ ਕਿ ਕਿਹੋ ਜਿਹਾ ਮਹਿਸੂਸ ਹੋਇਆ ਉਹਨਾਂ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਬਹੂ ਨੇ ਇੰਨਾ ਵਧੀਆ ਮਕਾਮ ਜਿਹੜਾ ਆ ਹਾਸਿਲ ਕਰ ਰਿਹਾ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਹੋ? ਹਾਂਜੀ ਹਾਂਜੀ ਬਿਲਕੁਲ। ਅੱਜ ਕੱਲ ਤਾਂ ਬਹੁਤ ਹੀ ਖੁਸ਼ੀ ਹੋ ਰਹੀ ਹੈ ਸਾਨੂੰ। ਮੈਨੂੰ ਬਹੁਤ ਹੀ ਖੁਸ਼ੀ ਹੋਈ ਤੇ ਨਾਲ ਮਾਣ ਵੀ ਮਹਿਸੂਸ ਹੋਇਆ ਕਿ ਮੇਰੀ ਬੇਟੀ, ਅਸੀਂ ਇਹਨੂੰ ਬਹੂ ਮੰਨਦੇ ਹੀ ਨਹੀਂ ਆ ਕਿਉਂਕਿ ਮੇਰੀ ਖੁਦ ਦੀ ਬੇਟੀ ਨਹੀਂ ਹੈ ਤੇ ਮੇਰੇ ਲਈ ਇਹੀ ਸਭ ਕੁਝ ਹੈ। ਤੇ ਮੈਨੂੰ ਇੰਨਾ ਮਾਣ ਮਹਿਸੂਸ ਹੋਇਆ ਕਿ ਅੱਜ ਜਿਸ ਮੁਕਾਮ ਤੇ ਪਹੁੰਚੀ ਹੈ ਤੇ ਉਹਦੇ ਲਈ ਪਰਮਾਤਮਾ ਦਾ ਪਹਿਲਾਂ ਤਾਂ ਸਭ ਤੋਂ ਮੈਂ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਉਹਨਾਂ ਦੀ ਗ੍ਰੇਸ ਦੇ ਨਾਲ, ਉਹਨਾਂ ਦੀ ਬਲੇਸਿੰਗਸ ਦੇ ਨਾਲ ਇਹਨੂੰ ਇਹ ਮੁਕਾਮ ਹਾਸਿਲ ਹੋਇਆ ਹੈ। ਤੇ ਮੈਂ ਹਮੇਸ਼ਾ ਇਹੀ ਚਾਹਾਂਗੀ ਕਿ ਹੋਰ ਉੱਚੀਆਂ ਸਿਖਰਾਂ ਤੇ ਪਹੁੰਚੇ। ਉਹਨਾਂ ਪ੍ਰਤੀ ਤੁਹਾਡਾ ਪਿਆਰ ਉਦਾਂ ਹੀ ਝਲਕ ਰਿਹਾ, ਤੁਹਾਡੀਆਂ ਅੱਖਾਂ ਭਰ ਆਈਆਂ ਨੇ, ਮੈਂ ਵੇਖ ਰਹੀ ਹਾਂ। ਬਿਲਕੁਲ ਬਿਲਕੁਲ। ਮੈਨੂੰ ਤਾਂ ਇੰਨਾ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ, ਮੈਂ ਤੁਹਾਨੂੰ ਮੇਰੇ ਕੋਲ ਵਰਡਸ ਵੀ ਨਹੀਂ ਹੈਗੇ ਐਕਸਪ੍ਰੈਸ ਕਰਨ ਲਈ। ਆਪਣੀ ਸਫਲਤਾ ਦਾ ਸ਼੍ਰੇਅ ਕਿਤੇ ਨਾ ਕਿਤੇ ਉਹਨਾਂ ਨੇ ਤੁਹਾਨੂੰ ਵੀ ਦਿੱਤਾ ਹੈ ਕਿ ਆਪਣੀ ਇੰਸਪੀਰੇਸ਼ਨ ਮੰਨਦੇ ਨੇ ਤੁਹਾਨੂੰ। ਕਿਹੋ ਜਿਹਾ ਮਹਿਸੂਸ ਹੁੰਦਾ ਹੈ ਕਿ ਜਦੋਂ ਬੱਚੇ ਤੁਹਾਨੂੰ ਇੰਸਪੀਰੇਸ਼ਨ ਮੰਨ ਕੇ ਅੱਗੇ ਚੱਲਦੇ ਨੇ? ਇਹ ਤਾਂ ਬੜੀ ਮੇਰੇ ਲਈ ਹੋਰ ਮਾਣ ਵਾਲੀ ਗੱਲ ਹੈ ਕਿ ਇਹਨੇ ਮੈਨੂੰ ਆਪਣਾ ਸੋਰਸ ਆਫ ਇੰਸਪੀਰੇਸ਼ਨ ਸਮਝਿਆ ਹੈ। ਔਰ ਮੈਂ ਸਮਝਦੀ ਹਾਂ ਕਿ ਮੇਰੇ ਤੋਂ ਜ਼ਿਆਦਾ ਮੇਰਾ ਬੇਟਾ ਨੇ ਬਹੁਤ ਇਹਨਾਂ ਨੂੰ ਮੋਟੀਵੇਟ ਕੀਤਾ ਹੈ। ਔਰ ਖੁਦ ਹੀ ਇਹ ਨਹੀਂ ਕਿ ਸਿਰਫ ਮੋਟੀਵੇਸ਼ਨ ਨਾਲ ਕੁਝ ਨਹੀਂ ਹੁੰਦਾ, ਅਗਰ ਇਹਨੇ ਹਾਰਡ ਵਰਕ ਨਾ ਕੀਤਾ ਹੁੰਦਾ ਤੇ ਇਹਨੂੰ ਸਕਸੈਸ ਨਹੀਂ ਮਿਲ ਸਕਦੀ ਸੀ। ਸੋ she has proved that hard work is the key to success. She has really proved। ਔਰ ਮੈਂ ਇਹ ਵੀ ਕਹਾਂਗੀ ਕਿ ਸਿਰਫ ਇਹ ਨਹੀਂ, ਇਹਨੇ ਇਹ ਵੀ ਪ੍ਰੂਵ ਕਰ ਦਿੱਤਾ ਕਿ ਲੜਕੀਆਂ ਕਿਸੇ ਵੀ ਫੀਲਡ ਵਿੱਚ ਘੱਟ ਨਹੀਂ ਹੈ। ਇਹਨੇ ਇਹ ਪ੍ਰੂਵ ਕਰ ਦਿੱਤਾ ਹੈ। ਤੇ ਅੱਗੇ ਸਫ਼ਰ ਦੇ ਵਿੱਚ ਕਿੰਨਾ ਕੁ ਸਾਥ ਹੋਏਗਾ ਤੁਹਾਡਾ ਇਹਨਾਂ ਦੇ ਨਾਲ, ਕਿਉਂਕਿ ਬਹੁਤ ਹੀ ਜ਼ਿਆਦਾ ਚੀਜ਼ਾਂ ਹੁਣ ਅੱਗੇ ਦੀ ਅੱਗੇ ਦੇਖਣ ਨੂੰ ਮਿਲਣਗੀਆਂ ਔਰ ਕਿਤੇ ਨਾ ਕਿਤੇ ਟਾਈਮ ਦੀ ਕਮੀ ਇਹਨਾਂ ਦੇ ਕੋਲ ਹੋਇਆ ਕਰੇਗੀ। ਕਿਸ ਤਰ੍ਹਾਂ ਮੈਨੇਜ ਕਰੂੰਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ? ਮੈਂ ਆਪਣੇ ਵੱਲੋਂ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਮੈਨੂੰ ਹਰ ਤਰ੍ਹਾਂ ਹਰ ਜਗ੍ਹਾ ਇਹਨੂੰ ਕੋਆਪਰੇਟ ਕਰਨ ਦੀ ਕੋਸ਼ਿਸ਼ ਕਰਾਂਗੀ। ਔਰ ਮੇਰੇ ਵੱਲੋਂ ਤਾਂ ਕੋਈ ਕੰਪਲੇਂਟ ਦਾ ਮੌਕਾ ਨਹੀਂ ਹੋਏਗਾ। ਔਰ ਇਹਦੀ ਖੁਦ ਦੀ ਹਾਰਡ ਵਰਕ, ਇਹਦਾ ਇੰਡੀਆਵਰ, ਇਹਦੀ ਜ਼ੀਲ ਇੰਨੀ ਜ਼ਿਆਦਾ ਕਿ ਮੈਨੂੰ ਲੱਗਦਾ ਇਹ ਹਰ ਚੁਣੌਤੀ ਪਾਰ ਕਰ ਲੇਗੀ। ਸੋ ਇਹ ਸਨ ਸਾਡੇ ਨਾਲ ਚਾਹਤ ਜੀ ਦੇ ਸਾਸੂ ਮਾਂ, ਜਿਨ੍ਹਾਂ ਨੇ ਦੱਸਿਆ ਕਿ ਹਰ ਇੱਕ ਕਦਮ ਦੇ ਵਿੱਚ ਉਹ ਉਹਨਾਂ ਦੇ ਨਾਲ ਨੇ, ਕਿਉਂਕਿ ਜਿੱਥੇ ਤੱਕ ਚਾਹਤ ਜੀ ਦਾ ਵੀ ਕਹਿਣਾ ਸੀ ਕਿ ਇੰਸਪੀਰੇਸ਼ਨ ਨੇ ਉਹਨਾਂ ਦੇ ਲਈ ਔਰ ਅੱਗੇ ਵੀ ਉਹਨਾਂ ਦਾ ਸਾਥ ਉਹਨਾਂ ਨੂੰ ਚਾਹੀਦਾ ਹੈ। ਔਰ ਜਿੱਥੇ ਤੱਕ ਅਸੀਂ ਮੈਮ ਨਾਲ ਗੱਲ ਕੀਤੀ, ਉਹਨਾਂ ਦਾ ਵੀ ਕਹਿਣਾ ਇਹ ਸੀ ਕਿ ਹਰ ਮੁਕਾਮ ਦੇ ਉੱਤੇ ਉਹ ਚਾਹਤ ਮੈਮ ਦੇ ਨਾਲ ਨੇ। ਔਰ ਇਸੇ ਦੇ ਨਾਲ ਇਹ ਵੀ ਚੀਜ਼ ਜਿਹੜੀ ਹੈ ਸਾਹਮਣੇ ਆਉਂਦੀ ਹੈ ਕਿ ਜੇਕਰ ਸੱਸ ਤੇ ਬਹੂ ਦਾ ਇਹੋ ਜਿਹਾ ਪਿਆਰ ਹੋਵੇ, ਇਸ ਦੇ ਨਾਲ ਸਫਲਤਾ ਜਿਹੜੀ ਆ, ਜੇਕਰ ਬਹੂ ਕੁਝ ਕਰਨਾ ਚਾਹਵੇ ਤਾਂ ਉਸਨੂੰ ਜ਼ਰੂਰ ਸਫਲਤਾ ਮਿਲੇਗੀ। ਕੈਮਰਾ ਪਰਸਨ ਵਿਜੇ ਨਾਲ ਭਾਵਨਾ, ਪੰਜਾਬੀ ਬੁਲੇਟਿਨ।